ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਵਿਚਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 306 ਤੇ 307 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇਸਾਂ ਦਸਾਂਤਰਾਂ ਵਿੱਚ ਵਿਚਰਦੇ ਲਾਹੌਰ ਪਹੁੰਚੇ ਤਾਂ ਉੱਥੇ ਕਸਾਬਖਾਨਾ, ਜਿੱਥੇ ਗਊਆਂ ਕਤਲ ਕੀਤੀਆਂ ਜਾਂਦੀਆਂ ਸਨ, ਕਹਿਣ ਤੋਂ ਭਾਵ ਬੁੱਚੜਖਾਨਾ ਵੇਖ ਕੇ ਕਰਕੇ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇੱਥੇ ਕੁਝ ਨਹੀਂ ਹੈ। ਜੀਵ ਹੱਤਿਆ ਹੁੰਦੀ ਵੇਖ ਕੇ ਸਤਿਗੁਰਾਂ ਦੇ ਮੁਖੋਂ ਬਚਨ ਨਿਕਲੇ ਜੋ 12 ਤੇ ਵਧੇਕ ਵਿੱਚ ਅੰਕਿਤ ਹਨ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਬਚਨ ਕਹੇ ਕਿ ਲਾਹੌਰ ਸ਼ਹਿਰ ਦੇ ਅੰਦਰ ਸਵਾ ਪਹਿਰ ਜ਼ਹਿਰ ਤੋਂ ਭਾਵ ਜ਼ਹਿਰ ਵਰਗਾ ਕਹਿਰ ਵਰਤਿਆ ਕਰੇਗਾ। ਇਤਨੇ ਬਚਨ ਕਹਿਣ ਤੋਂ ਲਾਹੌਰ ਵਿੱਚ ਲੜਾਈ ਸ਼ੁਰੂ ਹੋ ਗਈ। ਸਵਾ ਪਹਿਰ ਦਿਨ ਚੜ੍ਹਿਆ, ਕਈ ਖੂਨ ਹੋ ਜਾਇਆ ਕਰਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਕਰਤਾਰਪੁਰ ਬਖਸ਼ਾਉਣ ਵਾਸਤੇ ਆਏ ਤਾਂ ਸਤਿਗੁਰਾਂ ਨੇ ਕਿਹਾ ਕਿ ਭਾਈ ਗੁਰਸਿੱਖੀ ਨੂੰ ਧਾਰਨ ਕਰੋ, ਫਿਰ ਬਖਸ਼ੇ ਜਾਓਗੇ। ਇਹਨਾਂ ਨੇ ਗੁਰਸਿੱਖੀ ਨੂੰ ਧਾਰਨ ਕਰਨ ਤੋਂ ਜਵਾਬ ਦੇ ਦਿੱਤਾ। ਫਿਰ ਦੂਸਰੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਤਾਂ ਮਹਾਰਾਜ ਜੀ ਨੇ ਕਿਹਾ ਕਿ ਗੁਰਸਿੱਖ ਬਣੋ, ਤਾਂ ਗੁਰਸਿੱਖ ਬਣਨ ਤੋਂ ਫਿਰ ਜਵਾਬ ਦੇ ਦਿੱਤਾ। ਫਿਰ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਪਾਸ ਚੌਥੇ ਪਾਤਸ਼ਾਹ ਨੇ ਸਤਿਗੁਰਾਂ ਨੂੰ ਬੇਨਤੀ ਕਰਕੇ ਬਖਸ਼ਾ ਲਏ ਸਨ। ਤਾਂ ਸਤਿਗੁਰਾਂ ਨੇ ਇਹ ਬਚਨ ਉਚਾਰਨ ਕੀਤੇ ਜੋ 12 ਤੇ ਵਧੇਕ ਵਿੱਚ ਦਰਜ ਹਨ। ਮਹੱਲਾ ਤੀਜਾ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਤੀਸਰੇ ਪਾਤਸ਼ਾਹ ਨੇ ਲਾਹੌਰੀਆਂ ਨੂੰ ਬਖਸ਼ ਕੇ ਬਚਨ ਕਹੇ ਸਨ ਕਿ ਲਾਹੌਰ ਸ਼ਹਿਰ ਰਹਿ ਜਾਵੇਗਾ, ਭਾਵ ਜੋ ਕਹਿਰ ਵਰਤਦਾ ਸੀ ਉਹ ਨਹੀਂ ਵਰਤੇਗਾ। ਅੰਮ੍ਰਿਤਸਰ ਸਿਫਤੀ ਦਾ ਘਰ ਕਹਿਣ ਕਰਕੇ ਕਲੇਸ਼ ਤੋਂ ਸ਼ਾਂਤੀ ਵਰਤ ਜਾਵੇਗੀ। ਉਸ ਵੇਲੇ ਦੇ ਬਚਨ ਚੌਥੇ ਪਾਤਸ਼ਾਹ ਉਚਾਰਨ ਕਰਕੇ ਗੁਰਸਿੱਖਾਂ ਨੂੰ ਸੁਣਾ ਰਹੇ ਹਨ। ਸਲੋਕ ਮਹੱਲਾ ਚੌਥਾ। ਧੁਰ ਮਾਰੇ ਪੂਰੈ ਸਤਿਗੁਰੂ, ਸੇਈ ਹੁਣ ਸਤਿਗੁਰ ਮਾਰੇ। ਜਿਹੜੇ ਆਦਿ ਤੋਂ ਪੂਰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਮਾਂ ਤੋਂ ਹੀਣੇ ਜਾਣ ਕੇ ਮਾਰੇ ਭਾਵ ਧੱਕੇ ਹੋਏ ਸਨ, ਉਹ ਹੀ ਹੁਣ ਸਤਿਗੁਰੂ ਨਾਨਕ ਦਾ ਸਰੂਪ ਦੂਸਰੇ ਪਾਤਸ਼ਾਹ ਨੇ ਮਾਰੇ ਫਿਟਕਾਰਨੇ ਕੀਤੇ ਹਨ। ਜੇ ਮਿਲਣ ਨੂੰ ਬਹੁ ਤੇਰਾ ਲੋਚੀਐ, ਨਾ ਦੇਈ ਮਿਲਣ ਕਰਤਾਰੇ। ਜੇਕਰ ਉਹਨਾਂ ਤਾਈਂ ਮਿਲਾਉਣ ਨੂੰ ਬਹੁਤ ਜ਼ਿਆਦਾ ਕਿਸੇ ਨੇ ਚਾਹੁਣਾ ਕੀਤਾ ਕਿ ਬਖਸ਼ੇ ਜਾਣ, ਤਾਂ ਕਰਤਾਰੇ ਪਰਮੇਸ਼ਰ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਮਿਲਣ ਨਹੀਂ ਦਿੱਤੇ, ਕਿਉਂਕਿ ਉਹਨਾਂ ਨੇ ਗੁਰਸਿੱਖੀ ਧਾਰਨ ਦਾ ਬਚਨ ਹੀ ਨਹੀਂ ਮੰਨਿਆ ਸੀ। ਸਤ ਸੰਗਤ ਢੋਈ ਨਾ ਲਹਿਨ, ਵਿੱਚ ਸੰਗਤ ਗੁਰ ਵਿਚਾਰੇ। ਕਿਉਂਕਿ ਸਤ ਸੰਗਤ ਦਾ ਢੋਈ ਆਸਰਾ ਨਹੀਂ ਲੈਂਦੇ। ਇਹੋ ਵਿਚਾਰ ਸਤਿਗੁਰੂ ਜੀ ਨੇ ਸਤ ਸੰਗਤ ਵਿੱਚ ਅੰਦਰ ਕਹਿਣਾ ਕੀਤੇ। ਉਹ ਸੰਗਤ ਵਿੱਚ ਗੁਰਾਂ ਨੇ ਝੂਠੇ ਵਿਚਾਰੇ ਹਨ, ਭਾਵ ਇਹ ਝੂਠੇ ਲੋਕ ਹਨ। ਕੋਈ ਜਾਏ ਮਿਲੈ ਹੁਣ ਉਹਨਾਂ ਨੂੰ, ਤਿਸ ਮਾਰੇ ਜਮ ਜੰਦਾਰੇ। ਜੇ ਉਹਨਾਂ ਨਿੰਦਕਾਂ ਰਾਹੀਂ ਕੋਈ ਹੁਣ ਜਾ ਕਰਕੇ ਮਿਲੇਗਾ, ਪਾਤਸ਼ਾਹ ਕਹਿੰਦੇ ਉਸ ਪੁਰਸ਼ ਨੂੰ ਜਮ, ਜੋ ਜੰਦਾਰੇ ਜਿੰਦ ਆਰੇ ਜਿੰਦ ਦਾ ਵੈਰੀ ਹੈ, ਜੋ ਜਿੰਦ ਨੂੰ ਆਰੇ ਕੱਟਦਾ ਹੈ, ਉਸ ਨੂੰ ਵੀ ਉਹੋ ਜਿਹਾ ਕੁਸੰਗੀ ਜਾਣ ਕੇ ਮਾਰਦਾ ਹੈ। ਜੰਦਾਰੇ ਜਲਾਦ ਦੀ ਨਿਆਈ ਜੋ ਜਮ ਹੈ ਉਹ ਮਾਰਨਾ ਕਰੇਗਾ। ਉਸ ਪੁਰਸ਼ ਨੂੰ ਜਮ ਜੰਦਾਰੇ ਡੰਡਾ ਲੈ ਕੇ ਮਾਰੇਗਾ। ਗੁਰ ਬਾਬੈ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ। ਜਿਨ੍ਹਾਂ ਲਾਹੌਰ ਦੇ ਲੋਕਾਂ ਨੂੰ ਸਤਿਗੁਰੂ ਬਾਬੈ, ਇੱਥੇ ਬੱਬੇ ਨੂੰ ਕੰਨਾਂ ਤੇ ਬੱਬੇ ਨੂੰ ਦੁਲਾਵਾਂ ਹਨ। ਬਾਬੇ ਨਹੀਂ ਬੋਲਣਾ, ਬਾਬੈ।
ਬਾਬੇ ਨਾਨਕ ਜੀ ਨੇ ਕਸਾਬਖਾਨਾ ਵੇਖ ਕੇ ਫਿਟਕਾਰਿਆ ਸੀ ਨਾ, ਉਹ ਫਿੱਟੇ ਗਏ, ਧਰਕਾਰੇ ਗਏ। ਫਿਰ ਉਹ ਅਹੰਕਾਰੀ ਸਤਿਗੁਰੂ ਅੰਗਦ ਦੇਵ ਜੀ ਨੇ ਵੀ ਝੂਠੇ ਜਾਣਨਾ ਕੀਤੇ, ਬਚਨ ਨਹੀਂ ਮੰਨਿਆ ਉਹਨਾਂ। ਜਿਸ ਪ੍ਰਕਾਰ ਪਹਿਲਾਂ ਕਰਤਾਰਪੁਰ ਆਏ, ਗੁਰੂ ਨਾਨਕ ਸਾਹਿਬ ਜੀ ਕੋਲ ਬਖਸ਼ ਲਵੋ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਸਿੱਖੀ ਧਾਰਨ ਕਰੋ, ਸਿੱਖੀ ਧਾਰਨ ਤੋਂ ਵੇਮੁਖ ਜਾਣ ਕੇ ਫਿਟਕਾਰੇ। ਤੇ ਫਿਰ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਦੁਬਾਰਾ ਬਖਸ਼ਾਉਣ ਲਈ ਆਏ, ਤਾਂ ਦੂਜੇ ਪਾਤਸ਼ਾਹ ਜੀ ਨੇ ਵੀ ਸਿੱਖੀ ਧਾਰਨ ਲਈ ਕਿਹਾ। ਸਿੱਖੀ ਧਾਰਨ ਨਾ ਕੀਤੀ ਤਾਂ ਸਤਿਗੁਰਾਂ ਨੇ ਝੂਠੇ ਕਰ ਦਿੱਤੇ। ਗੁਰ ਤੀਜੀ ਪੀੜ੍ਹੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ। ਜਦੋਂ ਤੀਜੀ ਪੀੜ੍ਹੀ ਤੋਂ ਭਾਵ ਤੀਸਰੀ ਪੀੜ੍ਹੀ ਤੀਸਰੇ ਸਤਿਗੁਰਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਬਖਸ਼ਾਉਣ ਵਾਸਤੇ ਆਏ, ਤਾਂ ਸਤਿਗੁਰਾਂ ਨੇ ਵਿਚਾਰਿਆ, ਸੋਚਿਆ ਕਿ ਇਹਨਾਂ ਵਿਚਾਰਿਆਂ ਦੇ ਕੀ ਹੱਥ ਹੈ, ਇਹ ਤਾਂ ਕਰਮਾਂ ਦੇ ਮਾਰੇ ਹੋਏ ਹਨ। ਗੁਰ ਚੌਥੀ ਪੀੜ੍ਹੀ ਟਿਕਿਆ, ਗੁਰ ਚੌਥੀ ਪੀੜ੍ਹੀ ਟਿਕਿਆ, ਤਿਨ ਨਿੰਦਕ ਦੁਸ਼ਟ ਸਭ ਤਾਰੇ। ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਨੂੰ ਚੌਥੀ ਪੀੜ੍ਹੀ 'ਤੇ ਟਿਕਿਆ ਕਹੀਏ ਸਥਿਤ ਭਾਵ ਗੁਰਿਆਈ ਦਿੱਤੀ ਹੈ। ਉਹਨਾਂ ਸਤਿਗੁਰਾਂ ਨੇ ਸਾਡੇ ਬੇਨਤੀ ਕਰਨ ਤੋਂ ਕਿ ਮਹਾਰਾਜ ਮੈਂ ਦਾਸ ਵੀ ਲਾਹੌਰ ਦਾ ਹਾਂ, ਹੁਣ ਇਹ ਗੁਰਸਿੱਖੀ ਧਾਰਨ ਕਰਨ ਦਾ ਵਚਨ ਕਰਦੇ ਹਨ, ਤੁਸੀਂ ਇਹਨਾਂ ਨੂੰ ਬਖਸ਼ ਲਵੋ। ਤਾਂ ਗੁਰਾਂ ਨੇ ਨਿੰਦਿਆ ਕਰਨ ਵਾਲੇ ਦੁਸ਼ਟ ਭੈੜੇ ਪੁਰਸ਼ ਆਦਿ ਸਾਰਿਆਂ ਨੂੰ ਹੁਣ ਤਾਰੇ ਤਾਰਨਾ ਕੀਤਾ ਹੈ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਤਿਸ ਕਾਰਜ ਸਭ ਸਵਾਰੇ। ਭਾਵੇਂ ਕੋਈ ਪੁੱਤਰ ਹੋਵੇ, ਸਿੱਖ ਸੇਵਕ ਹੋਵੇ, ਜਿਹੜਾ ਸਤਿਗੁਰੂ ਸਾਹਿਬ ਜੀ ਦੀ ਸੇਵਾ ਭਾਵਨਾ ਨਾਲ ਡਰ ਭੈਓ ਅਦਬ ਰੱਖ ਕੇ ਟਹਿਲ ਕਰਦਾ ਹੈ, ਉਸ ਦੇ ਸਾਰੇ ਲੋਕ ਪਰਲੋਕ ਦੇ ਕੰਮ ਗੁਰੂ ਆਪ ਸਵਾਰੇ ਰਾਸ ਕਰ ਦਿੰਦੇ। ਜੋ ਇੱਛੈ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਜਿਹੜੇ ਇੱਛਾ ਕਹੀਏ ਚਾਹਣਾ ਕਰਦਾ ਹੈ, ਉਹ ਫਲ ਗੁਰੂ ਸਾਹਿਬ ਜੀ ਤੋਂ ਪਾਇਸੀ ਪਾਉਂਦਾ ਹੈ। ਪੁੱਤ ਪੁੱਤਰ ਧਨ ਦੌਲਤ ਤੇ ਲਖਮੀ ਹੁੰਦਾ ਇਸਤਰੀ, ਧਨ ਲਖਮੀ ਦੌਲਤ ਆਦਿ ਦੀ ਇੱਛਾ ਵੀ ਹੋਵੇ, ਉਹ ਵੀ ਪ੍ਰਾਪਤ ਹੋ ਜਾਂਦੀ। ਅਤੇ ਗੁਰੂ ਸਾਹਿਬ ਜੀ ਖੜ ਹੁੰਦਾ ਲਿਜਾ ਕੇ ਹਰੀ ਵਾਹਿਗੁਰੂ ਨਾਲ ਮਿਲਾਪ ਕਰਵਾ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ। ਜੋ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਪਣੇ ਪੁੱਤਰ ਨੂੰ ਵੀ ਸੇਵਾ ਵਿੱਚ ਲਾਵੇ, ਦੌਲਤ ਨੂੰ ਸੇਵਾ ਵਿੱਚ ਲਾਵੇ, ਲਖਮੀ ਇਸਤਰੀ ਨੂੰ ਵੀ ਗੁਰੂ ਦੀ ਸੇਵਾ ਵਿੱਚ ਲਾਵੇ, ਜੋ ਗਿਆਨ ਰੂਪੀ ਪੁੱਤਰ, ਨਾਮ ਰੂਪੀ ਧਨ ਤੇ ਭਗਤੀ ਰੂਪੀ ਲਖਮੀ ਦੀ ਇੱਛਾ ਰੱਖਦਾ ਹੋਵੇ, ਉਸ ਨੂੰ ਹਰੀ ਸਰੂਪ ਗੁਰੂ ਜੀ ਲਿਜਾ ਕੇ ਵਾਹਿਗੁਰੂ ਨਾਲ ਮੇਲ ਕੇ ਸੰਸਾਰ ਸਮੁੰਦਰ ਤੋਂ ਨਿਸਤਾਰੇ ਕਹੀਏ ਤਾਰ ਦਿੰਦੇ ਹਨ। ਸਭ ਨਿਧਾਨ ਸਤਿਗੁਰੂ ਵਿੱਚ, ਜਿਸ ਅੰਦਰ ਹਰ ਉਰ ਧਾਰੇ। ਸਤਿਗੁਰੂ ਸਾਹਿਬ ਜੀ ਦੀ ਸਤ ਸੰਗਤ ਵਿੱਚ ਅੰਦਰ ਕਹੀਏ ਸਭ ਸਾਰੇ ਨਿਧਾਨ ਖਜ਼ਾਨੇ ਹਨ। ਜਿਸ ਗੁਰਾਂ ਨੇ ਔਰ ਹਿਰਦੇ ਦੇ ਵਿੱਚ ਹੀ ਹਰੀ ਵਾਹਿਗੁਰੂ ਦਾ ਅੰਮ੍ਰਿਤ ਨਾਮ ਧਾਰਿਆ ਹੋਇਆ ਹੈ, ਸੋ ਪਾਏ ਪੂਰਾ ਸਤਿਗੁਰੂ। ਜਿਸ ਲਿਖਿਆ ਲਿਖਤ ਲਿਲਾਰੇ, ਉਹ ਪੂਰਿਆਂ ਸਤਿਗੁਰਾਂ ਨੂੰ ਪਾ ਸਕਦਾ ਹੈ, ਜਿਸ ਦੇ ਲਿਲਾਰੇ ਮਸਤਕ 'ਤੇ ਨਿਸ਼ਕਾਮ ਕਰਮਾਂ ਰੂਪੀ ਸ੍ਰੇਸ਼ਟ ਲਿਖਤ ਲੇਖ ਲਿਖਿਆ ਹੋਇਆ ਹੈ। ਜਨ ਨਾਨਕ ਮਾਗੈ ਧੂੜ ਤਿਨ, ਜੋ ਗੁਰਸਿੱਖ ਮਿੱਤ ਪਿਆਰੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਤਾਂ ਉਹਨਾਂ ਦੀ ਚਰਨ ਧੂੜ ਮੰਗਦਾ ਹਾਂ, ਜਿਹੜੇ ਗੁਰਸਿੱਖ ਪਿਆਰੇ ਮਿੱਤਰ ਹਨ, ਬਾਣੀ ਸਰੀਰ ਕਰਕੇ ਸਤਿਗੁਰਾਂ ਨੂੰ ਪਿਆਰੇ ਹਨ, ਜਿਨ੍ਹਾਂ ਦੀ ਨਾਮ ਨਾਲ ਮਿੱਤ ਮਿੱਤਰਤਾ ਹੈ, ਉਹ ਗੁਰਸਿੱਖ ਪਿਆਰੇ ਹਨ। ਮਹੱਲਾ ਚੌਥਾ। ਜਿਨ ਕੋ ਆਪ ਦੇ ਵਡਿਆਈ, ਜਗਤ ਪੀ ਆਪੇ ਆਣ, ਤਿਨ ਕਉ ਪੈਰੀ ਪਾਏ। ਜਿਨ੍ਹਾਂ ਨੂੰ ਆਪ ਵਾਹਿਗੁਰੂ ਵਡਿਆਈ ਸ਼ੋਭਾ ਦਿੰਦਾ ਹੈ, ਉਹਨਾਂ ਦੇ ਚਰਨੀ ਪੈਰੀ ਜਗਤ ਸੰਸਾਰ ਨੂੰ ਆਪ ਪਰਮੇਸ਼ਰ ਲਿਆ ਕੇ ਪੈਰੀ ਪਾ ਦਿੰਦਾ। ਡਰੀਏ ਤਾਂ ਜੇ ਕਿਛ ਆਪ ਦੂ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ। ਡਰੀਏ, ਡਰਨਾ ਤਾਂ ਕਰੀਏ ਜੇਕਰ ਆਪਣੇ ਆਪ ਤੋਂ ਕੁਝ ਕਰੀਏ।
ਇਹ ਤਾਂ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਆਪਣੀ ਕਲਾ ਸ਼ਕਤੀ ਵਧਾ ਰਿਆ ਹੋ। ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ, ਜਿਨ ਆਪਣੇ ਜੋਰ ਸਭ ਆਣ ਨਿਵਾਏ। ਹੇ ਭਾਈ ਮੇਰੇ ਭਰਾਵੋ, ਦੇਖਣਾ ਕਰੋ ਇਹ ਸੱਚੇ ਪ੍ਰੀਤਮ ਵਾਹਿਗੁਰੂ ਪਿਆਰੇ ਦਾ ਸੰਸਾਰ ਰੂਪੀ ਅਖਾੜਾ ਪਹਿਲਵਾਨਾਂ ਦੀ ਕੁਸ਼ਤੀ ਵਾਲੇ ਥਾਂ ਦੀ ਨਿਆਈ ਬਣਾਇਆ ਹੋਇਆ ਵਾ, ਜਿਸ ਨੇ ਆਪਣੇ ਜ਼ੋਰ ਬਲ ਨਾਲ ਸਾਰੇ ਹੀ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਨਿਵਾਉਣਾ ਕੀਤੇ ਆ। ਆਪਣਿਆਂ ਭਗਤਾ ਕੀ ਰੱਖ ਕਰੇ ਹਰ ਸੁਆਮੀ, ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ। ਹਰੀ ਵਾਹਿਗੁਰੂ ਸਰਬ ਦਾ ਸੁਆਮੀ ਮਾਲਕ ਆਪਣਿਆਂ ਪਿਆਰਿਆਂ ਭਗਤਾਂ ਸੇਵਕਾਂ ਦੀ ਆਪ ਰੱਖ ਕੇ ਰੱਖਿਆ ਕਰਦਾ ਅਤੇ ਨਿੰਦਿਆ ਕਰਨ ਵਾਲੇ ਦੁਸ਼ਟਾਂ ਭੈੜੇ ਪੁਰਖਾਂ ਦੇ ਮੂੰਹ ਪਾਪਾਂ ਨਾਲ ਕਾਲੇ ਕਲੰਕਤ ਕਰਾਉਂਦਾ। ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਸੰਸਾਰ ਵਿੱਚ ਸਤਿਗੁਰਾਂ ਦੀ ਵਡਿਆਈ ਮਹਿਮਾ ਹਮੇਸ਼ਾ ਹੀ ਸਵਾਈ ਬਹੁਤੀ ਦੂਣੀ ਚੌਗਣੀ ਚੜ੍ਹ ਰਹੀ ਆ। ਸਤਿਗੁਰੂ ਜੀ ਆਪ ਨਿਤ ਹਰ ਰੋਜ਼ ਹਰੀ ਵਾਹਿਗੁਰੂ ਦੀ ਭਗਤੀ ਕਰਦੇ ਆ। ਸਤਿਗੁਰੂ ਜੀ ਆਪ ਨਿਤ ਹਮੇਸ਼ਾ ਗੁਰਸਿੱਖਾਂ ਕੋਲੋਂ ਵਾਹਿਗੁਰੂ ਜੀ ਦੀ ਭਗਤੀ ਕਰਾਉਂਦੇ ਆ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਹੇ ਗੁਰ ਸਿੱਖੋ, ਅਨ ਦਿਨ ਹਰ ਰੋਜ਼ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਿਆ ਕਰੋ। ਫਿਰ ਹਰੀ ਵਾਹਿਗੁਰੂ ਕਰਤਾ ਸਿਰਜਣਹਾਰ ਸਤਿਗੁਰੂ ਰੂਪ ਆਪਣੇ ਸਰੂਪ ਰੂਪੀ ਸਤ ਸੰਗਤ ਰੂਪੀ ਸੱਚਖੰਡ ਰੂਪੀ ਘਰੀ ਘਰ ਵਿੱਚ ਵਸਾਉਣਾ ਕਰੇਗਾ। ਹਰੀ ਕਰਤੇ ਦਾ ਜੋ ਸਤਿਗੁਰੂ ਸਰੂਪ ਹੈ ਉਹ ਗੁਰਸਿੱਖਾਂ ਨੂੰ ਸਰੂਪ ਰੂਪੀ ਘਰ ਵਿੱਚ ਵਸਾਏ ਸਥਿਤ ਕਰ ਦਿੰਦਾ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਹੇ ਗੁਰ ਸਿੱਖੋ, ਸਤਿਗੁਰਾਂ ਦੀ ਬਾਣੀ ਸਤ ਨਿਸ਼ਚੇ ਕਰਕੇ ਸੱਚ ਸਰੂਪ ਕਰਕੇ ਜਾਣੋ। ਮਨ ਬਾਣੀ ਸਰੀਰ ਕਰਕੇ ਸੱਚ ਜਾਣੋ, ਕਿਉਂਕਿ ਹਰੀ ਵਾਹਿਗੁਰੂ ਕਰਤਾ ਸਿਰਜਣਹਾਰ ਆਪ ਗੁਰੂ ਸਾਹਿਬ ਜੀ ਦੀ ਰਸਨਾ ਤੋਂ ਕਢਾਏ ਕੀਏ ਕਢਾਉਂਦਾ ਰਿਹਾ ਹੈ। ਗੁਰ ਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ। ਹਰੀ ਵਾਹਿਗੁਰੂ ਜੋ ਸਭਨਾ ਸਤਿਗੁਰਾਂ ਦੀ ਬਾਣੀ ਧਾਰਨ ਵਾਲੇ ਆ, ਉਹਨਾਂ ਗੁਰਸਿੱਖਾਂ ਦੇ ਮੂੰਹ ਕਹੀਏ ਮੋਹ ਮੁਖ ਲੋਕ ਪਰਲੋਕ ਵਿੱਚ ਪਵਿੱਤਰ ਕਰਦਾ। ਉਹਨਾਂ ਦੀ ਸ਼ੁਭ ਗੁਣਾਂ ਦੇ ਸਹਿਤ ਹੋਣੇ ਕਰਕੇ ਵਡਿਆਈ ਹੁੰਦੀ ਅਤੇ ਸ਼ਬਦ ਕਹੀਏ ਸਾਰੇ ਸੰਸਾਰ ਜਗਤ ਵਿੱਚ ਸਤਿਗੁਰਾਂ ਦਾ ਜੈਕਾਰ ਕਰਾਏ ਕਰਾਉਂਦਾ, ਭਾਵ ਸਿਫਤ ਕਰਵਾਉਣੀ ਕਰਦਾ ਹੈ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨ ਤਾਂ ਵਾਹਿਗੁਰੂ ਦਾ ਦਾਸ ਸੇਵਕ ਹਰੀ ਵਾਹਿਗੁਰੂ ਆਪ ਹੀ ਆਪਣੇ ਸੇਵਕਾਂ ਦੀ ਇਸ ਲੋਕ ਵਿੱਚ ਤੇ ਆਪ ਹੀ ਹਰੀ ਪਰਮੇਸ਼ਰ ਪਰਲੋਕ ਵਿੱਚ ਇੱਜ਼ਤ ਪੈਜ ਰੱਖਦਾ ਰਖਾਉਂਦਾ ਆਇਆ ਹੈ। ਪੌੜੀ ਤੂੰ ਸੱਚਾ ਸਾਹਿਬ ਆਪ ਹੈ, ਸੱਚ ਸਾਹ ਹਮਾਰੇ। ਹੇ ਹਮਾਰੇ ਸਾਡੇ ਸੱਚੇ ਸ਼ਾਹੂਕਾਰ ਪਰਮੇਸ਼ਰ, ਤੂੰ ਆਪ ਹੀ ਸਾਰਿਆਂ ਦਾ ਸੱਚਾ ਤ੍ਰਿਕਾਲ ਆਬਾਦ ਰੂਪ ਸਾਹਿਬ ਮਾਲਕ ਹੈ। ਸੱਚੇ ਪਾਤਸ਼ਾਹ ਸਾਡੇ ਤਾਈਂ ਸਵਾਸਾਂ ਦੀ ਪੂੰਜੀ ਦੇਣ ਵਾਲੇ ਹੋ। ਸੱਚ ਪੂਜੀ ਨਾਮ ਦਿਰੜਾਏ ਪ੍ਰਭ ਵਣਜਾਰੇ ਥਾਰੇ। ਹੇ ਪ੍ਰਭ ਪਰਮੇਸ਼ਰ, ਸਾਨੂੰ ਸੱਚੇ ਨਾਮ ਦੀ ਪੂਜੀ ਇੱਥੇ ਫਿਰ ਟਿੱਪੀ ਤੋਂ ਬਗੈਰ ਆਇਆ ਤੇ ਇਹਨੂੰ ਪੂਜੀ ਹੀ ਬੋਲਣਾ, ਸੋ ਪੂੰਜੀ ਨਹੀਂ ਬੋਲਣਾ। ਰਾਸ ਦ੍ਰਿੜਾਏ ਦ੍ਰਿੜ ਭਾਵ ਪੱਕੀ ਕਰਵਾਓ, ਕਿਉਂਕਿ ਅਸੀਂ ਥਾਰੇ ਤੁਹਾਡੇ ਨਾਮ ਦੇ ਵਣਜਾਰੇ ਵਣਜ ਕਰਨ ਵਾਲੇ ਵਪਾਰੀ ਹਾਂ। ਸੱਚ ਸੇਵਹਿ ਸੱਚ ਵਣਜ ਲੈ, ਗੁਣ ਕਥੈ ਨਿਰਾਰੇ। ਜਿਹੜੇ ਸੱਚੇ ਵਾਹਿਗੁਰੂ ਦੇ ਨਾਮ ਦਾ ਸੇਵਨ ਕਰਦੇ ਹਨ ਉਹ ਸੱਚੇ ਨਾਮ ਦੇ ਸੌਦੇ ਨੂੰ ਵਣਜ ਖਰੀਦ ਲੈ ਲੈਂਦੇ ਹਨ ਅਤੇ ਸੰਸਾਰ ਤੋਂ ਨਿਰਾਰੇ ਨਿਰਾਲੇ ਅਸੰਗ ਕਰਨ ਵਾਲੇ ਗੁਣਾਂ ਨੂੰ ਕਥਨ ਕਰਦੇ ਹਨ। ਸੇਵਕ ਭਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ।
ਉਹ ਜਨ ਪੁਰਸ਼ ਵਾਹਿਗੁਰੂ ਨਾਲ ਮਿਲਣਾ ਕਰਦੇ ਹਨ, ਜੋ ਸੇਵਕ ਦਾਸਾ ਭਾਵਨਾ ਧਾਰਨ ਕਰਦੇ ਆ, ਜਿਨ੍ਹਾਂ ਦਾ ਗੁਰੂ ਸਾਹਿਬ ਜੀ ਉਪਦੇਸ਼ ਦੇ ਕੇ ਜੀਵਨ ਸਵਾਰਨਾ ਕਰਦੇ ਆ। ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। हे ਪਰਮੇਸ਼ਰ, ਤੂੰ ਸੱਚਾ ਤ੍ਰੈ ਕਾਲ ਆਬਾਦ ਰੂਪ ਅਲਖ ਲਖਣ ਤੋਂ ਰਹਿਤ ਸਰਬ ਦਾ ਸਾਹਿਬ ਮਾਲਕ ਹੈ। ਤੂੰ ਗੁਰ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੁਆਰਾ ਲਖਾਰੇ ਜਾਣਿਆ ਜਾਂਦਾ। ਸਲੋਕ ਮਹੱਲਾ ਚੌਥਾ। ਜਿਸੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ 15ਵੇਂ ਸ਼ਬਦ ਦੇ ਵਿੱਚ ਕਿਰਪਾ ਕਰ ਰਹੇ ਆ। ਸਤਿਗੁਰੂ ਫਰਮਾ ਰਹੇ ਕਿ ਜਿਸ ਦੇ ਅੰਦਰ ਹਿਰਦੇ ਵਿੱਚ ਪਰਾਏ ਨੂੰ ਦੁੱਖ ਦੇਣ ਰੂਪ ਤਾਤ ਈਰਖਾ ਹੁੰਦੀ ਆ, ਉਸ ਪੁਰਸ਼ ਦਾ ਕਦਾ ਚਿੱਤ ਵੀ ਭਲਾ ਚੰਗਾ ਨਹੀਂ ਹੁੰਦਾ। ਉਸ ਦੇ ਆਖਿਆ ਕੋਈ ਨਾ ਲੱਗੈ, ਨਿਤ ਉਹ ਜਾੜੀ ਪੁਕਾਰੇ ਖਲਾ। ਉਸ ਪੁਰਸ਼ ਦੀ ਐਸੀ ਹਾਲਤ ਹੁੰਦੀ ਹੈ ਕਿ ਕੋਈ ਉਸ ਦੇ ਆਖਿਆ ਭਾਵ ਆਖੇ ਵੀ ਨਹੀਂ ਲੱਗਦਾ। ਫਿਰ ਉਹ ਨਿਤਾ ਪ੍ਰਤੀ ਉਹ ਜਾੜੀ ਆਬਾਦੀ ਤੋਂ ਬਿਨਾਂ ਬੀਆਬਾਨ ਜੰਗਲ ਵਿੱਚ ਖਲਾ ਖਲੋਤਾ ਪੁਕਾਰੇ ਫਰਿਆਦਾਂ ਕਰਦਾ ਰਹਿੰਦਾ। ਉਹ ਖਲਾ ਮੂਰਖ ਸੰਸਾਰ ਵਿੱਚ ਖੜਾ ਨਿੰਦਿਆ ਰੂਪੀ ਬਕਵਾਸ ਹੀ ਕਰਦਾ ਰਹਿੰਦਾ। ਜਿਸੇ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਿਆ। ਜਿਸ ਦੇ ਹਿਰਦੇ ਅੰਦਰ ਵਿੱਚ ਚੁਗਲੀ ਪਿੱਠ ਪਿੱਛੇ ਬੁਰਾ ਕਰਨ ਰੂਪੀ ਨਿੰਦਿਆ ਵਾਲਾ ਸੁਭਾਅ ਹੈ, ਉਹ ਚੁਗਲ ਨਿੰਦਕ ਕਰਕੇ ਨਿੰਦਿਆ ਕਰਕੇ ਪ੍ਰਗਟ ਹੁੰਦਾ। ਉਸ ਦਾ ਸਭ ਕੀਤਾ ਕਰਾਇਆ ਸਾਰਾ ਹੀ ਕਰਤਰਿਆ ਨਿਸਫਲ ਹੀ ਚਲਿਆ ਜਾਂਦਾ। ਨਿਤ ਚੁਗਲੀ ਕਰੇ ਅਣਹੋਦੀ ਪਰਾਈ, ਮੋਹ ਕੱਢ ਨ ਸਕੈ ਉਸ ਦਾ ਕਾਲਾ ਭਇਆ। ਉਹ ਹਮੇਸ਼ਾ ਪਰਾਈ ਬੇਗਾਨੀ ਅਣਹੋਂਦੀ ਹੋਂਦ ਤੋਂ ਬਿਨਾਂ ਭਾਵ ਝੂਠੀ ਚੁਗਲੀ ਨਿੰਦਿਆ ਕਰਦਾ ਰਹਿੰਦਾ। ਉਹ ਸ੍ਰੇਸ਼ਟ ਮਨੁੱਖਾਂ ਦੀ ਸੰਗਤ ਵਿੱਚ ਆਪਣਾ ਮੂੰਹ ਕੱਢ ਨਹੀਂ ਸਕਦਾ, ਕਿਉਂਕਿ ਉਸ ਦਾ ਨਿੰਦਿਆ ਰੂਪੀ ਕਾਲਖ ਨਾਲ ਮੂੰਹ ਕਲੰਕਤ ਹੋਇਆ ਹੁੰਦਾ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੇ ਤੇਹਾ ਕੋ ਖਾਏ। ਇਸ ਕਲਯੁਗ ਦੇ ਵਿੱਚ ਅੰਦਰ ਸਰੀਰ ਤਨ ਕਰਮ ਰੂਪ ਬੀਜ ਬੀਜਣ ਲਈ ਧਰਤੀ ਭੂਮੀ ਹੈ, ਅਤੇ ਜਿਹੋ ਜਿਹਾ ਕੋਈ ਇਸ ਵਿੱਚ ਬੀਜ ਬੀਜੇਗਾ ਨਾ, ਉਹੋ ਜਿਹਾ ਹੀ ਕੋਈ ਫਲ ਖਾਂਦਾ ਹੈ ਭਾਵ ਭੋਗਦਾ ਹੈ। ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਐਵੇਂ ਗੱਲਾਂ ਬਾਤਾਂ ਉੱਤੇ ਕਦੇ ਕਰਮਾਂ ਦਾ ਤਪਾਵਸ ਨਿਬੇੜਾ ਨਹੀਂ ਹੁੰਦਾ। ਜਿਸ ਨੇ ਵਿਸ ਜ਼ਹਿਰ ਖਾਧੀ ਹੋਵੇ ਉਸ ਨੇ ਜਲਦੀ ਮਰ ਹੀ ਜਾਣਾ ਹੈ। ਇਸੇ ਪ੍ਰਕਾਰ ਜਿਸ ਨੇ ਨਿੰਦਿਆ ਵਿਸ਼ਿਆਂ ਰੂਪੀ ਜ਼ਹਿਰ ਖਾਣਾ ਕੀਤੀ ਆ, ਉਸ ਨੇ ਤਤਕਾਲ ਸ਼ੀਘਰ ਪਰਮੇਸ਼ਰ ਵੱਲੋਂ ਬੇਮੁਖ ਹੋਣ ਰੂਪੀ ਮਰ ਹੀ ਜਾਣਾ ਹੈ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਹੇ ਭਾਈ ਭਰਾਵੋ, ਸੱਚੇ ਕਰਤਾਰ ਦਾ ਸਿਰਜਣਹਾਰ ਦਾ ਨਿਆਉ ਇਨਸਾਫ ਵੇਖਣਾ ਕਰੋ। ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਹਰ ਕੋਈ ਫਲ ਪਾਉਂਦਾ। ਜਨ ਨਾਨਕ ਕਉ ਸਭ ਸੋਝੀ ਪਾਈ, ਹਰ ਦਰ ਕੀਆ ਬਾਤਾਂ ਆਖ ਸੁਣਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਨੂੰ ਜਨਾਂ ਨੂੰ ਸਾਰੀ ਗਿਆਤ ਪਾ ਦਿੱਤੀ ਹੈ, ਜੋ ਹਰੀ ਵਾਹਿਗੁਰੂ ਦੀ ਦਰ ਦਰਗਾਹ ਭਾਵ ਸੱਚਖੰਡ ਦੀਆਂ ਬਾਤਾਂ ਗੱਲਾਂ ਪਹਿਲਾਂ ਹੀ ਆਖ ਕਹਿ ਕੇ ਸੁਣਾ ਦਿੱਤੀਆਂ ਹਨ ਕਿ ਦਰਗਾਹ ਵਿੱਚ ਜੀਵਾਂ ਦੀ ਆਪੋ ਆਪਣੇ ਕਰਮਾਂ ਅਨੁਸਾਰ ਚੰਗੀ ਮਾੜੀ ਹਾਲਤ ਹੁੰਦੀ ਹੈ। ਮਹੱਲਾ ਚੌਥਾ। ਹੋਦੈ ਪਰਤਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੋਈ ਨਾਹੀ। ਜਿਹੜੇ ਪੁਰਸ਼ ਗੁਰੂ ਦੇ ਪ੍ਰਤੱਖ ਸਾਹਮਣੇ ਹੁੰਦਿਆਂ ਹੀ ਵਿਛੜ ਗਏ ਹਨ ਅਰਥਾਤ ਬੇਮੁਖ ਹੋ ਗਏ ਆ, ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਢੋਈ ਆਸਰਾ ਨਹੀਂ ਮਿਲੇਗਾ। ਕੋਈ ਜਾਏ ਮਿਲੈ ਤਿਨ ਨਿੰਦਕਾਂ, ਮੋਹ ਫਿੱਕੇ ਥੁੱਕ ਥੁੱਕ ਮੋਹਿ ਪਾਹੀ। ਜਿਹੜਾ ਕੋਈ ਉਹਨਾਂ ਨਿੰਦਕਾਂ ਚੁਗਲਾਂ ਨੂੰ ਜਾ ਕੇ ਮਿਲਦਾ, ਉਹ ਮੂੰਹੋਂ ਫਿੱਕੇ ਬੇਰਸੀ ਵਾਲੇ ਬਚਨ ਬੋਲਦੇ ਹਨ ਅਤੇ ਉਹਨਾਂ ਦੇ ਲਾਹਨਤਾਂ ਰੂਪੀ ਥੁੱਕ ਲਾਰਾਂ ਨੂੰ ਥੁੱਕ ਕੇ ਮੂੰਹ 'ਤੇ ਪਾਹੀ ਪਾਇਆ ਜਾਂਦਾ।
ਭਾਵ ਨਿਰਾਦਰ ਕੀਤਾ ਜਾਂਦਾ। ਕਿਉਂਕਿ ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਐ ਮੋਹਿ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਭੂਸੇ ਖਾਹੀ। ਜਿਹੜੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਫਿਟਕਾਰੇ ਸਨ, ਉਹ ਸਾਰੇ ਜਗਤ ਸੰਸਾਰ ਵਿੱਚ ਫਿਟਕਾਰੇ ਗਏ ਹਨ। ਉਹ ਨਿਤ ਕਹੀਏ ਨਿਤਾ ਪ੍ਰਤੀ ਭਰਮ ਵਿੱਚ ਭੁੱਲੇ ਜੂਨਾਂ ਵਿੱਚ ਭੰਬਲ ਭੂਸੇ ਭਾਵ ਠੇਡੇ ਖਾਂਦੇ ਰਹਿੰਦੇ ਆ। ਜਿਵੇਂ ਕਿਸੇ ਦਾ ਪੈਰ ਭੰਬਲ ਵਿੱਚ ਪੈ ਜਾਵੇ, ਸੋ ਭੰਬਲ ਭੂਸੇ ਕੀ ਹੁੰਦੇ ਆ? ਖੇਤਾਂ ਵਿੱਚ ਹਨੇਰੇ ਤੁਰਿਆਂ ਕਦੇ ਭੰਬਲ ਘਾਹ ਦੇ ਬੁੱਥਿਆਂ ਨਾਲ, ਕਦੇ ਭੂਸੇ ਤੂੜੀ ਦੇ ਢੇਰਾਂ ਨਾਲ ਪੈਰ ਜਾ ਕੇ ਵੱਜਣ ਤੋਂ ਇਹ ਮੁਹਾਵਰਾ ਬਣਿਆ, ਜਿਸ ਦਾ ਹੁਣ ਅਰਥ ਠੇਡੇ ਖਾਣਾ ਹੈ, ਭਾਵ ਭੰਬਲ ਭੂਸੇ ਖਾਈ। ਉਹ ਭੰਬਲ ਵਿੱਚ ਪੈ ਜਾਵੇ, ਉਹ ਸੜ ਜਾਂਦਾ। ਹਰ ਵਕਤ ਪਾਪਾਂ ਰੂਪੀ ਭੰਬਲ ਵਿੱਚ ਭੂਸੇ ਹੁੰਦਾ, ਭੁੱਲ ਕੇ ਭੁਆਂਟੜੀਆਂ ਹੀ ਖਾਂਦੇ ਰਹਿੰਦੇ ਆ। ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਹਾ ਫਿਰਾਹੀ। ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਛਪਾਇਆ ਹੈ, ਭਾਵ ਨਿੰਦਿਆ ਹੈ, ਉਹ ਦੇਵੀ ਦੇਵਤਿਆਂ ਲੋਕਾਂ ਆਦਿ ਦੇ ਢਹਾ ਆਸਰੇ ਲੈਂਦੇ ਫਿਰਾਹੀ ਫਿਰਦੇ ਆ। ਢਹਾ ਢਾਹਾਂ ਮਾਰਦੇ ਫਿਰਾਹੀ ਫਿਰਦੇ ਆ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਕੂ ਕਾਹੀ। ਉਹਨਾਂ ਦੀ ਆਸਾ ਰੂਪੀ ਭੁੱਖ ਕਦਾ ਚਿੱਤ ਵੀ ਨਿਵਰਤ ਨਹੀਂ ਹੁੰਦੀ, ਉਤਰਦੀ ਨਹੀਂ। ਹਮੇਸ਼ਾ ਆਸਾ ਤ੍ਰਿਸ਼ਨਾ ਰੂਪੀ ਭੁੱਖਾਂ ਕਰਕੇ ਭੁੱਖੇ ਹੀ ਕੁਕਾਹੀ ਪੁਕਾਰਾਂ ਕਰਦੇ ਰਹਿੰਦੇ ਆ। ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਉਹਨਾਂ ਦਾ ਆਖਿਆ ਕਹਿਆ ਕੋਈ ਵੀ ਨਹੀਂ ਸੁਣਦਾ, ਇਸ ਲਈ ਨਿਤਾ ਪ੍ਰਤੀ ਹੌਲੇ ਡਰ ਦਹਿਲ ਵਿੱਚ ਪਏ ਹੋਏ, ਹੌਲ ਹੌਲ ਵਿੱਚ ਹਾਹੇ ਨੂੰ ਕਨੌੜਾ ਲਾ ਕੇ ਹੌਲ ਭਾਵ ਹੌਲ ਵਿੱਚ ਕੰਬਦੇ ਅੰਤ ਨੂੰ ਮਰਾਹੀ ਮਰ ਜਾਂਦੇ ਆ। ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ, ਉਹਨਾਂ ਅੱਗੇ ਪਿੱਛੇ ਥਾਉ ਨਾਹੀ। ਉਹ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਮਹਿਮਾ ਨੂੰ ਵੇਖ ਨਹੀਂ ਸਕਦੇ, ਵੇਖ ਕੇ ਸਹਾਰ ਨਹੀਂ ਸਕਦੇ। ਇਸ ਕਰਕੇ ਉਹਨਾਂ ਨੂੰ ਅੱਗੇ ਪਰਲੋਕ ਵਿੱਚ, ਪਿੱਛੇ ਇਸ ਲੋਕ ਵਿੱਚ ਵੀ ਥਾਉ ਟਿਕਾਣਾ ਨਹੀਂ ਮਿਲਦਾ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲਹਿ, ਰਹਿਦੀ ਖੁਦੀ ਸਭ ਪਤ ਗਵਾਹੀ। ਜਿਹੜੇ ਸਤਿਗੁਰੂ ਸਾਹਿਬ ਜੀ ਦੇ ਮਾਰੇ ਫਿਟਕਾਰੇ ਸਰਾਪੇ ਹੋਏ ਆ, ਉਹਨਾਂ ਨੂੰ ਜੇ ਕੋਈ ਜਾ ਕੇ ਮਿਲੇਗਾ, ਉਹਨਾਂ ਦੀ ਕੁਸੰਗਤ ਕਰੇਗਾ, ਉਹ ਆਪਣੀ ਰਹਿਦੀ ਖੁੰਦੀ ਬਚੀ ਬਚਾਈ ਭਾਵ ਰਹਿੰਦੀ ਖੁੰਦੀ ਸਾਰੀ ਇੱਜ਼ਤ ਪਤ ਗਵਾ ਲੈਂਦੇ ਆ। ਓਏ ਅੱਗੇ ਕੁਸਟੀ ਗੁਰ ਕੇ ਫਿਟਕੇ, ਜੇ ਓਸ ਮਿਲੈ ਤਿਸ ਕੁਸਟ ਉਠਾਹੀ। ਉਹ ਤਾਂ ਸਤਿਗੁਰਾਂ ਦੇ ਫਿਟਕਾਰੇ ਹੋਏ ਅੱਗੇ ਹੀ ਕੋੜੀ ਭਾਵ ਕੋੜੀ ਹਨ, ਉਹਨਾਂ ਨੂੰ ਮਨਮਤ ਦਾ ਕੋੜ ਚਿੰਬੜਿਆ ਆ। ਉਸ ਪਾਂਬਰ ਦੇ ਨਾਲ ਮਿਲਦਾ, ਉਸ ਨੂੰ ਵੀ ਮਨਮਤ ਨਿੰਦਿਆ ਦਾ ਕੁਸ਼ਟ ਕੋੜ ਉਠਾ ਦਿੰਦੇ। ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੈ ਭਾਏ ਚਿਤ ਲਾਹੀ। ਹਰੀ ਵਾਹਿਗੁਰੂ ਦੇ ਪਿਆਰਿਓ ਗੁਰਮੁਖ ਜਨੋ, ਉਹਨਾਂ ਦਾ ਤਾਂ ਦਰਸ਼ਨ ਦੀਦਾਰ ਵੀ ਨਾ ਕਰਿਆ ਕਰੋ, ਜਿਹੜੇ ਦਵੈਤ ਭਾਵ ਚਿਤਵਣੀ ਨੂੰ ਲਾਹੀ ਲਾਉਂਦੇ ਆ। ਧੁਰ ਕਰਤੈ ਆਪ ਲਿਖ ਪਾਇਆ, ਤਿਸ ਨਾਲ ਕਿਹੋ ਚਾਰਾ ਨਾਹੀ। ਇਹ ਸਿਰਜਣਹਾਰ ਪਰਮੇਸ਼ਰ ਨੇ ਆਪ ਹੀ ਧੁਰ ਮੁੱਢ ਤੋਂ ਉਹਨਾਂ ਦੇ ਮੱਥੇ 'ਤੇ ਲੇਖ ਲਿਖ ਪਾਇਆ ਹੈ। ਉਸ ਪਰਮੇਸ਼ਰ ਨੇ ਦੇ ਨਾਲ ਸਾਥ ਕਿਸੇ ਦਾ ਵੀ ਕੋਈ ਚਾਰਾ ਜ਼ੋਰ ਨਹੀਂ ਚੱਲ ਸਕਦਾ, ਕਿਉਂਕਿ ਉਹਨਾਂ ਨੂੰ ਪਰਮੇਸ਼ਰ ਨੇ ਕਰਮਾਂ ਅਨੁਸਾਰ ਫਲ ਦਿੱਤਾ। ਜਨ ਨਾਨਕ ਨਾਮ ਅਰਾਧ ਤੂ, ਤਿਸ ਅੱਪੜ ਕੋ ਨ ਸਕਾਹੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗੁਰਮੁਖ ਜਨੋ, ਤੁਸੀਂ ਤਾਂ ਵਾਹਿਗੁਰੂ ਨਾਮ ਨੂੰ ਹੀ ਅਰਾਧਨਾ ਭਾਵ ਜਪਣਾ ਕਰੋ, ਕਿਉਂਕਿ ਉਸ ਵਾਹਿਗੁਰੂ ਦੇ ਨਾਮ ਬਰਾਬਰ ਕੋਈ ਵੀ ਅੱਪੜ ਪਹੁੰਚ ਨਹੀਂ ਹੀ ਸਕਦਾ। ਨਾਵੇ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜ੍ਹੈ ਚੜ੍ਹਾਈ। ਪਰਮੇਸ਼ਰ ਦੇ ਨਾਮ ਦੀ ਵਡਿਆਈ ਮਹਿਮਾ ਸਭ ਤੋਂ ਵੱਡੀ ਹੈ। ਨਿਤਾ ਪ੍ਰਤੀ ਬਹੁਤੀ ਭਾਵ ਦੂਣੀ ਚੌਗਣੀ ਚੜ੍ਹਾਈ ਹੋਈ ਚੜ੍ਹਦੀ ਹੈ। ਮਹੱਲਾ ਚੌਥਾ।
ਜੇ ਹੋਦੈ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਜਿਸ ਪ੍ਰਕਾਰ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੁੰਦਿਆਂ ਹੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਟਿਕਿਆ ਕਹੀਏ ਇਸਤਿਤ ਭਾਵ ਤਿਲਕ ਸਹਿਤ ਕੀਤਾ, ਤੇ ਉਸ ਜਨ ਦਾਸ ਭਾਵ ਗੁਰੂ ਅਮਰਦਾਸ ਜੀ ਦੀ ਵਡਿਆਈ ਮਹਿਮਾ ਗੁਰੂ ਪਰਮੇਸ਼ਰ ਰੂਪ ਹੋ ਕੇ ਵੱਡੀ ਹੋਈ। ਉਹ ਉਹਨਾਂ ਜਨਾਂ ਦੀ ਵਡਿਆਈ ਸੰਸਾਰ ਵਿੱਚ ਵੱਡੀ ਹੋਈ ਹੈ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਤਿਸ ਕਉ ਜਗਤ ਨਿਵਿਆ ਸਭ ਪੈਰੀ ਪਿਆ, ਜਸ ਵਰਤਿਆ ਲੋਈ। ਉਸ ਦੇ ਤਾਈਂ ਸਾਰਾ ਸੰਸਾਰ ਝੁਕਿਆ ਤੇ ਪੈਰੀਂ ਚਰਨੀ ਪਿਆ, ਤੇ ਸਭ ਸਾਰੀ ਲੋਈ ਲੁਕਾਈ ਵਿੱਚ ਵੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਸ ਕੀਰਤ ਵਰਤ ਰਿਹਾ। ਤਿਸ ਕਉ ਖੰਡ ਬ੍ਰਹਮੰਡ ਨਮਸਕਾਰ ਕਰਹਿ, ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ, ਸੋ ਪੂਰਾ ਹੋਈ। ਉਸ ਨੂੰ 9 ਖੰਡਾਂ ਤੇ ਸਾਰੇ ਬ੍ਰਹਮੰਡਾਂ ਦੇ ਜੀਵ ਨਮਸਕਾਰਾਂ ਬੰਦਨਾ ਕਰਦੇ ਆ। ਜਿਸ ਦੇ ਮੱਥੇ ਤੇ ਪੂਰਿਆਂ ਸਤਿਗੁਰਾਂ ਨੇ ਕਿਰਪਾ ਰੂਪੀ ਹੱਥ ਰੱਖ ਦਿੱਤਾ, ਉਹ ਜੀਵ ਹੀ ਸ਼ੁਭ ਗੁਣਾਂ ਵਿੱਚ ਪੂਰਨ ਹੁੰਦਾ ਹੈ। ਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਅੱਪੜ ਕੋ ਨ ਸਕੋਈ। ਸਤਿਗੁਰਾਂ ਦੀ ਵਡਿਆਈ ਮਹਿਮਾ ਨਿਤਾ ਪ੍ਰਤੀ ਹੀ ਬਹੁਤੀ ਭਾਵ ਦੂਣੀ ਚੌਗਣੀ ਚੜ੍ਹ ਰਹੀ। ਇਸ ਵਡਿਆਈ ਦੇ ਸਦਰਸ਼ਤਾ ਦੇ ਬਰਾਬਰ ਹੋਰ ਕੋਈ ਵੀ ਅੱਪੜ ਪਹੁੰਚ ਨਹੀਂ ਸਕੋਈ ਸਕਦਾ। ਜਨ ਨਾਨਕ ਹਰ ਕਰਤੈ ਆਪ ਬਹਿ ਟਿਕਿਆ, ਆਪੇ ਪੈਜ ਰੱਖੈ ਪ੍ਰਭ ਸੋਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਹਰੀ ਵਾਹਿਗੁਰੂ ਸਿਰਜਣਹਾਰ ਦੇ ਦਾਸ ਭਾਵ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਗੱਦੀ ਤੇ ਬਹਿ ਬਿਠਾ ਕੇ ਟਿਕਿਆ ਇਸਤਤ ਕੀਤਾ, ਉਹ ਪ੍ਰਭ ਵਾਹਿਗੁਰੂ ਪ੍ਰਭੂ ਸਰੂਪ ਗੁਰੂ ਆਪ ਹੀ ਸਤਿਗੁਰਾਂ ਦੀ ਇੱਜ਼ਤ ਪੈਜ ਰੱਖਦਾ ਹੈ। ਪੌੜੀ ਕਾਇਆ ਕੋਟ ਅਪਾਰ ਹੈ, ਅੰਦਰ ਹਟ ਨਾਲੇ। ਇਹ ਕਾਇਆ ਸਰੀਰ ਕੋਟ ਕਿਲੇ ਦੀ ਨਿਆਈ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਨੇ ਬਣਾਉਣਾ ਕੀਤਾ ਹੈ। ਕਾਇਆ ਦੇਹ ਰੂਪੀ ਕੋਟ ਕਿਲਾ ਅਪਾਰ ਅਤੀ ਉਤਮ ਹੈ। ਇਸ ਦੇ ਅੰਦਰ ਵਿੱਚ ਹਟ ਨਾਲੇ ਇੰਦਰੀਆਂ ਰੂਪ ਬਾਜ਼ਾਰ ਬਣੇ ਆ। 5 ਕਰਮ ਇੰਦਰੇ, 5 ਗਿਆਨ ਇੰਦਰੇ, ਮਨ ਚਿੱਤ ਬੁੱਧ ਅਹੰਕਾਰ, ਇਹ 14 ਇੰਦਰੇ ਰੂਪ ਬਾਜ਼ਾਰ ਬਣੇ ਹੋਏ ਆ। ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਜਿਹੜਾ ਗੁਰਮੁਖ ਜਨ ਨੇਤਰਾਂ ਨਾਲ ਵਾਹਿਗੁਰੂ ਦੇ ਦਰਸ਼ਨ ਕਰਕੇ ਕੰਨਾਂ ਨਾਲ ਜਸ ਸੁਣਨਾ, ਮੁਖ ਨਾਲ ਕੀਰਤਨ ਗਾਉਣਾ ਆਦਿ ਵਪਾਰ ਕਰਦਾ ਹੈ, ਖਰੀਦਣਾ ਕਰਦਾ ਹੈ, ਉਹ ਹਰੀ ਵਾਹਿਗੁਰੂ ਦੀ ਸਰੂਪ ਰੂਪੀ ਵਸਤੂ ਨੂੰ ਸੰਭਾਲ ਲੈਂਦਾ। ਨਾਮ ਨਿਧਾਨ ਹਰ ਵਣਜੀਐ ਹੀਰੇ ਪਰਵਾਲੇ। ਹੇ ਭਾਈ, ਸਤਿਗੁਰਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਰੂਪੀ ਨਿਧਾਨ ਖਜ਼ਾਨੇ ਨੂੰ ਤਨ ਮਨ ਧਨ ਦੇ ਕੇ ਵਣਜੀਐ ਖਰੀਦਣਾ ਕਰੀਏ। ਇਹ ਨਾਮ ਹੀ ਹੀਰੇ ਤੇ ਪਰਵਾਲੇ ਮੂੰਗਿਆਂ ਦੀ ਨਿਆਈ ਆ। ਮੂੰਗਾ ਜੋ ਲਾਲ ਰੰਗ ਦਾ ਇੱਕ ਰਤਨ ਜੋ ਸਮੁੰਦਰ ਵਿੱਚੋਂ ਨਿਕਲਦਾ, ਵਿਦਰਮ ਅਥਵਾ ਵੈਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਹੀਰੇ ਹਨ। ਨਿਸ਼ਕਾਮ ਕਰਮਾਂ ਰੂਪੀ ਪਰਵਾਲੇ ਮੂੰਗੇ ਹਨ। ਪਰਮੇਸ਼ਰ ਦੇ ਨਾਮ ਰੂਪੀ ਹੀਰੇ ਕਰਕੇ ਹੀ ਜੋ ਸੰਸਾਰ ਦੀ ਵਾੜ ਹੈ, ਇਸ ਤੋਂ ਪਰੇ ਹੋ ਜਾਈਦਾ ਹੈ, ਭਾਵ ਦੇਹ ਅਭਿਮਾਨ ਦੀ ਵਾੜ ਤੋਂ ਪਰੇ ਹੋ ਜਾਈਦਾ ਹੈ। ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬੇਤਾਲੇ। ਜਿਹੜੇ ਇਸ ਕਾਇਆ ਦੇਹ ਭਾਵ ਬੁੱਧੀ ਤੋਂ ਬਗੈਰ ਹੋਰ ਥਾਵਾਂ ਤੋਂ ਆਤਮਿਕ ਰੂਪੀ ਧਨ ਰੋਕੜੀ ਖੋਜਦੇ ਭਾਲਦੇ, ਉਹ ਮੂੜ ਮੂਰਖ ਪੁਰਸ਼ ਬੇਤਾਲੇ ਭੂਤਨਿਆਂ ਦੀ ਨਿਆਈ ਹਨ। ਉਹ ਮੂੜ ਮੂਰਖ ਪੁਰਸ਼ ਸ਼ਾਸਤਰ ਗਿਆਨ ਤੋਂ ਹੀਣੇ ਹੋਣ ਕਰਕੇ ਬੇਤਾਲੇ ਸਰੂਪ ਰੂਪੀ ਤਾਲ ਤੋਂ ਬੇਰਹਿਤ ਹਨ। ਸੇ ਉੱਜੜ ਭਰਮ ਭਵਾਈ ਹੈ, ਜਿਉ ਝਾੜ ਮਿਰਗ ਭਾਲੇ। ਸੇ ਉਹ ਪੁਰਸ਼ ਭਰਮ ਕਰਕੇ ਸੰਸਾਰ ਰੂਪੀ ਉੱਜੜ ਬਨ ਵਿੱਚ ਭਾਵ ਜੰਗਲਾਂ ਜੂਨਾਂ ਰੂਪੀ ਉਜਾੜ ਵਿੱਚ ਭੁਆਏ ਜਾਂਦੇ ਆ। ਜਿਵੇਂ ਮਿਰਗ ਹਰਨ ਕਸਤੂਰੀ ਪਿੱਛੇ ਝਾੜੀਆਂ ਨੂੰ ਭਾਲੇ ਖੋਜਦਾ ਫਿਰਦਾ ਹੈ, ਭਾਵ ਜਦੋਂ ਕਸਤੂਰੀ ਵਾਲੇ ਹਿਰਨ ਨੂੰ ਖੁਸ਼ਬੂ ਆਉਂਦੀ ਹੈ, ਜਦੋਂ ਝਾੜੀਆਂ ਦੇ ਨਾਲ ਨਾਸਾਂ ਲਗਾਉਂਦਾ ਤੇ ਹਵਾ ਪਿੱਛੋਂ ਹੋਣ ਕਰਕੇ ਉਸ ਨੂੰ ਝਾੜਾਂ 'ਚੋਂ ਖੁਸ਼ਬੂ ਆਉਂਦੀ ਆ। ਕਸਤੂਰੀ ਤਾਂ ਉਸ ਦੀ ਆਪਣੀ ਨਾਭੀ ਵਿੱਚ ਹੁੰਦੀ ਆ, ਪਰ ਭਰਮ ਕਰਕੇ ਝਾੜੀਆਂ ਵਿੱਚੋਂ ਖੋਜਦਾ ਫਿਰਦਾ ਹੈ। ਜਿਵੇਂ ਪਾਤਸ਼ਾਹ ਦਾ ਵਾਕ ਹੈ ਨਾ, ਜੋ ਕਸਤੂਰੀ ਮਿਰਗ ਨ ਜਾਣੈ ਭਰਮ ਦਾ ਭਰਮ ਭੁਲਾਇਆ।
ਇਸੇ ਪ੍ਰਕਾਰ ਜਿਹੜੇ ਪਾਂਬਰ ਪੁਰਖ ਹਨ, ਜਿਵੇਂ ਹਰਨਾਂ ਨੂੰ ਭੁਲੇਖਾ ਹੈ ਕਿ ਝਾੜੀਆਂ ਵਿੱਚੋਂ ਖੁਸ਼ਬੂ ਆਉਂਦੀ, ਇਸੇ ਤਰ੍ਹਾਂ ਕਸਤੂਰੀ ਦੀ ਨਿਆਈ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਆ। ਉਹ ਝਾੜਾ ਦੀ ਨਿਆਈ ਵਿਸ਼ੇ ਵਿਕਾਰਾਂ ਦੇ ਸੁੱਖਾਂ ਨੂੰ ਮਿਰਗਾਂ ਵਾਂਗੂ ਭਾਲਦੇ ਫਿਰਦੇ ਹਨ ਕਿ ਇਹਨਾਂ ਵਿਸ਼ੇ ਭੋਗਾਂ ਵਿੱਚ ਹੀ ਆਨੰਦ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।